व्यूअर्स वेलकम बैक इन प्रोग्राम जी ठार साहब अगले शो तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਿਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ ਥੈਂਕ ਯੂ ਸੋ ਮਚ ਸੋ ਕੀਪ ਵਾਚਿੰਗ ਟੀਵੀ 84 ਜੀ ठार साहब ਪਹਿਲੇ ਸੈਗਮੈਂਟ ਤੇ ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਜੋ ਅੱਜ ਦਾ ਅਹਿਮ ਇਸ਼ੂ ਸੀ ਜਿਸ ਤਰ੍ਹਾਂ ਕਿ ਪ੍ਰਧਾਨ ਟਰੰਪ ਨੇ ਭਾਰਤ ਦੇ ਅਖੌਤੀ ਰਿਪਬਲਿਕ ਡੇ ਦਾ ਜੋ ਸੱਦਾ ਸੀ ਉਹ ਠੁਕਰਾ ਦਿੱਤਾ ਭਾਰਤ ਸਰਕਾਰ ਨੂੰ ਇਸ ਦਾ ਕਾਫੀ ਵੱਡਾ ਝਟਕਾ ਲੱਗਾ ਔਰ ਤੁਸੀਂ ਆਪਣੇ ਵਿਚਾਰ ਦਿੱਤੇ ਨੇ ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਜੋ ਅੱਜ ਦਾ ਅਗਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਣੇ ਵਿਚਾਰ ਦੇ ਦਿਓ ਜੀ ठार साहब देखो अमित शाह बीजेपी प्रेजिडेंट एक मर्डरर ਜਿਹੜਾ 2002 ਦੇ ਵਿੱਚ ਗੁਜਰਾਤ ਦਾ ਹੋਮ ਮਿਨਿਸਟਰ ਸੀ ਔਰ ਮੋਦੀ ਔਰ ਅਮਿਤ ਸ਼ਾਹ ਦੋਨੋਂ ਹੀ ਵੱਡੇ ਕਾਤਲ ਨੇ ਕਿਉਂਕਿ ਹੋਮ ਮਿਨਿਸਟਰੀ ਦੇ ਥੱਲੇ ਹੀ ਪੁਲਿਸ ਹੁੰਦੀ ਹੈ ਔਰ ਦੋਨਾਂ ਨੇ ਇਸ ਕਤਲੇਆਮ ਨੂੰ ਮੁਸਲਮਾਨਾਂ ਦੇ ਪਲਾਨ ਵੀ ਕੀਤਾ ਫਿਰ ਉਹਦਾ ਕਵਰ ਅਪ ਵੀ ਕੀਤਾ ਔਰ ਕਿਵੇਂ ਜਿਹੜੇ ਕੁਝ ਇਮਾਨਦਾਰ ਆਫੀਸਰਸ ਜਿਹੜੇ ਹੁਣ ਤੱਕ ਵੀ ਕੋਈ ਸਸਪੈਂਡ ਹੋਏ ਨੇ ਜਾਂ ਦੂਜੇ ਚੈਲੰਜ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਖੁੱਡੇ ਲਾਈਨ ਲਾਇਆ ਔਰ ਫਿਰ ਈਵਨ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ ਗੁਜਰਾਤ ਦੇ ਮੁੱਦੇ ਤੇ ਜਿਹੜਾ ਕਿ ਨਵੰਬਰ 84 ਦੇ ਮੁੱਦੇ ਤੇ ਉਦੋਂ ਇਹ ਨਹੀਂ ਸੀ ਲੇਕਿਨ ਇਹਦੇ ਬਾਵਜੂਦ ਕੁਝ ਵੀ ਜਿਹੜਾ ਉਹ ਹਾਸਲ ਨਹੀਂ ਹੋ ਸਕਿਆ ਕਿਉਂਕਿ ਨਿੱਕੇ ਮੋਟੇ ਕੋਈ ਵਜ਼ੀਰ ਨੂੰ ਅੰਦਰ ਕਰਤਾ ਜਾਂ ਕੋਈ ਵਰਕਰ ਨੂੰ ਗੱਲ ਇਹ ਨਹੀਂ ਹੈ ਗੱਲ ਤਾਂ ਮਾਸਟਰਮਾਈਂਡ ਕਿਨੇ ਕੀਤਾ ਕਵਰ ਅਪ ਕਿਨੇ ਕੀਤਾ ਔਰ ਇਸ ਮੁੱਦੇ ਦੇ ਉੱਤੇ ਜਿਵੇਂ ਬੀਬੀ ਨੇ ਗੁਜਰਾਤ ਫਾਈਲਸ ਦੇ ਥੱਲੇ ਜਿਹੜਾ ਉਹ ਸਾਰਾ ਉਹਨੂੰ ਐਕਸਪਲੋਰ ਕੀਤਾ ਔਰ ਉਹਨੂੰ ਵੀ ਕਿਵੇਂ ਵਰਚੁਅਲੀ ਇਹਨਾਂ ਨੇ ਜਿਹੜਾ ਉਹ ਕਿਵੇਂ ਹਰਾਸ ਕੀਤਾ ਔਰ ਈਵਨ ਉਸ ਵੇਲੇ ਉਹ ਤਹਿਲਕਾ ਸੀ ਜਾਂ ਦੂਜਾ ਸੀ ਉਹ ਸਾਰੇ ਨੇ ਕਿਸੇ ਨੇ ਵੀ ਉਹਨਾਂ ਨੂੰ ਛਾਪਿਆ ਵੀ ਨਹੀਂ ਹੈ ਲੇਕਿਨ ਇਹ ਅਮਿਤ ਸ਼ਾਹ ਉੱਥੋਂ ਕਾਤਲ ਮਰਡਰਰ ਜਿਹੜਾ ਹੈ ਹੋਮ ਮਿਨਿਸਟਰੀ ਤੋਂ ਬੀਜੇਪੀ ਦਾ ਪ੍ਰਧਾਨ ਬਣਿਆ ਔਰ ਜਿਹੜਾ ਹੁਣ ਜਿਸ ਲੈਵਲ ਦੇ ਉੱਤੇ ਜਾ ਕੇ ਇਸ ਵੇਲੇ ਜਿਹੜੀ ਸਾਰੀ ਪਾਲਿਸੀ ਦੀ ਘਾੜਤ ਹੈ ਚੋਣਾਂ ਦੀ ਸਟ੍ਰੈਟਜੀ ਪੈਸਾ ਔਰ ਖਾਸ ਤੌਰ ਤੇ ਝੂਠਾ ਪ੍ਰੋਪੇਗੈਂਡਾ ਜਿਹਦੇ ਬਾਰੇ ਉਹਨੇ ਬੜਾ ਹਿੱਕ ਠੋਕ ਕੇ ਕਿਹਾ ਕਿ ਜੀ ਅਸੀਂ ਜਿਹੜਾ ਇੰਨੇ ਮਿਲੀਅਨ ਦਾ ਸਾਡਾ ਕੱਲਾ ਯੂਪੀ ਦੇ ਵਿੱਚ ਹੀ ਜਿਹੜਾ WhatsApp ਗਰੁੱਪ ਹੈ ਸਵੇਰੇ 8 ਵਜੇ ਅਸੀਂ ਜਿਹੜੀ ਹੈ ਉਹ ਫੇਕ ਨਿਊਜ਼ ਫੇਕ ਹੈ ਜਾਂ ਅਸੀਂ ਪਰੋਸ ਦਿੰਨੇ ਔਰ ਲੋਕਾਂ ਤੱਕ ਉਹ ਮੈਸੇਜ ਪਹੁੰਚ ਜਾਂਦਾ ਔਰ ਕਿਵੇਂ ਈਵਨ ਹਰ ਇੰਸਟੀਟਿਊਸ਼ਨ ਨੂੰ ਇਹ ਬੰਦਾ ਡਿਸਟਰੋਏ ਕਰ ਰਿਹਾ ਔਰ ਇਸ ਦੇ ਨਾਲ ਹੀ ਈਵਨ ਹੁਣ ਸਬਰੀਮਾਲਾ ਮੰਦਰ ਦੇ ਇਸ਼ੂ ਤੇ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾਉਂਦੇ ਆ ਅਮਿਤ ਸ਼ਾਹ ਹੋਏ ਜਾਂ ਉਸ ਦੀਆਂ ਦੂਸਰੀਆਂ ਮਿਨਿਸਟਰ ਸਮ੍ਰਿਤੀ ਇਰਾਨੀ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਕਿਵੇਂ ਜਿਹੜੇ ਨੇ ਉਹਨੂੰ ਜਸਟੀਫਾਈ ਕਰ ਰਹੇ ਨੇ ਜਿਹੜੇ ਲੋਕ ਉੱਥੇ ਇਹਨਾਂ ਦੇ ਹੀ ਭੇਜੇ ਹੋਏ ਉੱਥੇ ਆਮ ਬੀਬੀਆਂ ਨੂੰ ਮੰਦਰ ਦੇ ਅੰਦਰ ਨਹੀਂ ਉਹਨਾਂ ਨੇ ਜਾਣ ਦਿੱਤਾ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਹੁਣ ਜ਼ਾਹਰਾ ਤੌਰ ਦੇ ਉੱਤੇ ਇਸ ਵੇਲੇ ਜੇ ਅਸੀਂ ਈਵਨ ਉਹਨਾਂ ਦਾ ਜਿਹੜਾ ਸਿੰਪੈਥੈਟਿਕ ਮੀਡੀਆ ਵੀ ਦੇਖੀਏ ਤੇ ਉਹ ਇਹ ਮੰਨਣ ਲੱਗ ਪਏ ਨੇ ਕਿ ਬੀਜੇਪੀ ਇਜ਼ ਇਨ ਟਰਬਲ ਕਿ 2019 ਦੀਆਂ ਪਾਰਲੀਮਾਨੀ ਚੋਣਾਂ ਨੂੰ ਲੈ ਕੇ ਬੀਜੇਪੀ ਲਈ ਰਸਤਾ ਸੌਖਾ ਨਹੀਂ ਰਿਹਾ ਔਰ ਜਿਵੇਂ CBI ਦੇ ਵਿੱਚ ਘਮਸਾਨ ਮਚਿਆ ਉਹਨਾਂ ਦੇ ਖਾਸ ਤੌਰ ਤੇ ਆਲੋਕ ਵਰਮਾ ਡਾਇਰੈਕਟਰ ਜਿਹੜਾ ਕਿ ਰਾਫੇਲ ਦੀ ਇਨਵੈਸਟੀਗੇਸ਼ਨਸ ਇੰਟਰਸਟ ਰੱਖਦਾ ਸੀ ਉਹ ਅਸੀਂ 3rd ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਅਜੀਤ ਡੋਵਲ ਨੇ ਉਹਨੂੰ ਮਨਾ ਕੀਤਾ ਤੇ ਜੇ ਉਹ ਅੜਿਆ ਰਿਹਾ ਤਾਂ ਫਿਰ ਉਹਨੂੰ ਕਿਵੇਂ ਚਲਦਾ ਕੀਤਾ ਔਰ ਕਿਵੇਂ ਮੋਦੀ ਨੇ ਆਪਣਾ ਸਥਾਨੀ ਉਸ ਨੂੰ ਵਿੱਚ ਲਿਆਂਦਾ ਹੋਇਆ ਸੀ ਮੋਦੀ ਔਰ ਅਮਿਤ ਸ਼ਾਹ ਨੇ ਔਰ ਇੱਕ ਜਿਹੜੀ ਹੋਪ ਸੀ ਬੀਜੇਪੀ ਦੇ ਕੋਲ ਕਿ ਜੀ ਸੁਪਰੀਮ ਕੋਰਟ 'ਚ ਕਿਉਂਕਿ ਦੀਪਕ ਮਿਸ਼ਰਾ ਚੀਫ ਜਸਟਿਸ ਉਹ ਅਖੀਰ ਤੱਕ ਇਹਨਾਂ ਨੂੰ ਫੇਵਰ ਕਰਦਾ ਰਿਹਾ ਔਰ ਉਹਦੀ ਸਭ ਤੋਂ ਵੱਡੀ ਫੇਵਰ ਸੀ ਕਿ ਉਹਨੇ ਬਾਬਰੀ ਮਸਜਿਦ ਦੇ ਮੁੱਦੇ ਤੇ ਜਿਹਨੂੰ ਇਹ ਬਾਬਰੀ ਮਸਜਿਦ ਮੁੱਦਾ ਹੀ ਨਹੀਂ ਕਹਿੰਦੇ ਹੁਣ ਤਾਂ ਰਾਮ ਮੰਦਰ ਕਹਿੰਦੇ ਨੇ ਕਿਉਂਕਿ ਹਾਲਾ ਮੰਦਰ ਦੀ ਉੱਥੇ ਕੋਈ ਐਗਜ਼ਿਸਟੈਂਸ ਹੀ ਨਹੀਂ ਸੀ ਔਰ ਇਹ ਉਹਨੇ ਇੱਕ ਬੈਂਚ ਕੰਸਟੀਟਿਊਟ ਕਰਤਾ ਸੀ ਕਿ ਵੀ ਇਹ ਜਿਹੜੀ ਹੈ ਉਹਦੀ ਹੀਅਰਿੰਗ ਜਿਹੜੀ ਅੱਜ ਪਿਛਲਾ ਕੱਲ ਗੁਜ਼ਰਿਆ ਉੱਥੇ ਇਹ ਹੋਏਗੀ ਸੋ ਇਹ ਆਸ ਕਰਦੇ ਸੀ ਕਿ ਵੀ ਸੁਪਰੀਮ ਕੋਰਟ ਜਿਹੜਾ ਹੈ ਉਹ ਐਵਰੀ ਡੇ ਹੀਅਰਿੰਗ ਕਰੇਗਾ ਔਰ ਇਸ ਸਾਲ ਐਂਡ ਤੋਂ ਪਹਿਲਾਂ ਫੈਸਲਾ ਸੁਪਰੀਮ ਕੋਰਟ ਦਾ ਆ ਜਾਏਗਾ ਕਿ ਵੀ ਮੰਦਰ ਉੱਥੇ ਬਣਾਓ ਤੁਹਾਨੂੰ ਆਗਿਆ ਲੇਕਿਨ ਕਿਉਂਕਿ ਦੀਪਕ ਮਿਸ਼ਰਾ ਇਹਦੇ ਬਾਵਜੂਦ ਕਿ ਉਹ ਇਸ ਹੀਅਰਿੰਗ ਨੂੰ ਆਪਣੇ ਟਾਈਮ ਪੀਰੀਅਡ 'ਚ ਕਰਨਾ ਚਾਹੁੰਦਾ ਸੀ ਲੇਕਿਨ ਹੋਰ ਵੀ ਕਈ ਵਾਰੀ ਅਰਜੈਂਟ ਜਿਹੜੀਆਂ ਨੇ ਬਿਜ਼ਨਸ ਕੋਰਟ 'ਚ ਆ ਜਾਂਦੀਆਂ ਨੇ ਸੋ ਉਹ ਰਿਟਾਇਰ ਹੋ ਗਿਆ 2-3 ਹਫ਼ਤੇ ਪਹਿਲਾਂ ਔਰ ਮਿਸਟਰ ਗੋਗੋਈ ਜਿਹੜੇ ਅਸਾਮੀ ਮੂਲ ਦੇ ਨੇ ਉਹਨਾਂ ਨੇ ਅੱਜ ਜਿਹੜਾ 3 ਮੈਂਬਰੀ ਉਹਨਾਂ ਦਾ ਬੈਂਚ
ਇਸ ਮਾਮਲੇ ਦੀ ਸੁਣਵਾਈ ਦੇ ਲਈ ਜਿਹੜੇ ਚੀਫ ਜਸਟਿਸ ਗੋਗੋਈ ਖੁਦ ਸੀ, ਇੱਕ ਜਸਟਿਸ ਜੋਸਫ ਹੈ ਔਰ ਇੱਕ ਸੱਜਣ ਹੋਰ। ਲੇਕਿਨ ਜਿਹੜੀ ਚੰਗੀ ਗੱਲ ਆਮ ਲੋਕਾਂ ਦੇ ਐਂਗਲ ਤੋਂ ਹੋਈ, ਕਿਉਂਕਿ ਅਯੁੱਧਿਆ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਸੀ। ਦੁਨੀਆ ਭਰ ਦੇ ਪੱਤਰਕਾਰ ਜਿਹੜੇ ਨੇ, ਮੀਡੀਆ ਅਯੁੱਧਿਆ 'ਚ ਡਿਸੈਂਡ ਕੀਤਾ ਸੀ ਵੀ ਫੈਸਲਾ ਸੁਪਰੀਮ ਕੋਰਟ ਨੇ ਐਵਰੀਡੇ ਹੀਅਰਿੰਗ ਕਰਕੇ ਕਰ ਦੇਣਾ ਤੇ ਉੱਥੇ ਕੀ ਘਮਸਾਨ ਮਚੇਗਾ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਅਸੀਂ ਇਹਨੂੰ ਜਨਵਰੀ ਤੱਕ ਪੋਸਟਪੋਨ ਕਰ ਰਹੇ ਹਾਂ, ਫਿਰ ਅਸੀਂ ਦੇਖਾਂਗੇ ਕਿ ਵੀ ਕੀ ਕਰਨਾ। ਸੋ ਜ਼ਾਹਰ ਤੌਰ ਤੇ ਹੁਣ ਇਹਨਾਂ ਨੂੰ ਇੱਕ ਫਿਕਰ ਇਹ ਪਿਆ ਹੋਇਆ ਕਿ ਵੀ ਇਹ ਤਾਂ ਆਲਰੇਡੀ ਵਿਸ਼ਵ ਹਿੰਦੂ ਪਰਿਸ਼ਦ, ਇਹਨਾਂ ਦੇ ਅਖੌਤੀ ਮਹੰਤ ਸੰਤ, ਉਹਨਾਂ ਨੇ ਆਲਰੇਡੀ ਰੌਲਾ ਪਾਇਆ ਹੋਇਆ। ਹੁਣ ਇੱਕ ਜਿਹੜਾ ਔਰ ਮੋਹਨ ਭਾਗਵਤ ਉਹਨੇ ਦੁਸਹਿਰੇ ਦੇ ਮੌਕੇ ਤੇ ਕਿਹਾ ਵੀ ਭਾਵੇਂ ਆਰਡੀਨੈਂਸ ਲਿਆਓ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਜੇ ਆਰਡੀਨੈਂਸ ਲੈ ਵੀ ਆਉਂਦੇ ਨੇ, ਇੱਕੋ ਹੀ ਪਾਰਲੀਮੈਂਟ ਦਾ ਸੀਜ਼ਨ ਜਿਹਨੂੰ ਸ਼ੀਤਕਾਲੀਨ ਕਹਿੰਦੇ ਨੇ, ਠੰਡ ਦਾ ਮੌਕੇ ਤੇ ਕੁਝ ਹਫ਼ਤਿਆਂ ਦਾ ਹੁੰਦਾ, ਤੇ ਉਹਦੇ 'ਚ ਵੀ ਉਹ ਪਾਸ ਨਹੀਂ ਕਰਵਾ ਸਕਣਗੇ ਕਿਉਂਕਿ ਰਾਜ ਸਭਾ 'ਚ ਇਹਨਾਂ ਦੀ ਅਜੇ ਮੈਜੋਰਿਟੀ ਨਹੀਂ। ਜਿਵੇਂ ਟ੍ਰਿਪਲ ਤਲਾਕ ਮੁੱਦਾ ਬੇਸ਼ੱਕ ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ 'ਚ ਨਹੀਂ ਹੋਇਆ, ਕਾਨੂੰਨ ਨਹੀਂ ਬਣਿਆ, ਲੇਕਿਨ ਉਹਨੂੰ ਆਧਾਰ ਉਹ ਬਣਾ ਸਕਦੇ ਨੇ। ਇਹ ਪੋਸੀਬਿਲਿਟੀਜ਼ ਨੇ ਕਿ ਫਿਰ ਉਹ ਲੋਕਾਂ ਦੇ ਕੋਲ ਜਾਣ ਕੇ ਜੀ ਦੇਖੋ ਅਸੀਂ ਤਾਂ ਆਰਡੀਨੈਂਸ ਜੇ 6 ਮਹੀਨੇ ਦੇ ਵਿੱਚ ਸਾਡੀ ਮੈਜੋਰਿਟੀ ਨਾਲ ਵਾਲੀ ਸਰਕਾਰ ਨਹੀਂ ਬਣੀ ਤਾਂ ਲੈਪਸ ਹੋ ਜਾਏਗਾ। ਇਹ ਬਣ ਸਕਦਾ ਪਰ ਉਹ ਵੀ ਇੰਨਾ ਸੌਖਾ ਨਹੀਂ ਹੋਣਾ। ਹੁਣ ਇੱਕ ਜਿਹਨੂੰ ਪੋਲੀਟੀਕਲ ਟਰਮ 'ਚ ਆਇਆ ਤਾਂ ਇਹ ਵੈਸੇ ਮਿਲਟਰੀ ਟਰਮ 'ਚੋਂ ਹੈ, ਸੌਫਟ ਟਾਰਗੇਟ ਜਾਂ ਮਿਲੀਟੈਂਸੀ ਦੀ ਟਰਮ 'ਚ ਹੁੰਦਾ ਸੀ ਕਿ ਇੱਕ ਇਹ ਹੈ ਵੀ ਤੁਹਾਨੂੰ ਲੱਗਦਾ ਹੈ ਵੀ ਉੱਥੇ ਵੀ ਫੌਜ ਬੈਠੀ ਹੈ, ਜੇ ਹਮਲਾ ਹੋਇਆ ਜਾਂ ਉੱਥੇ ਜਾ ਕੇ ਟੱਕਰ ਲਈ ਤੇ ਜਿਹੜਾ ਉਹ ਨੁਕਸਾਨ ਹੋਏਗਾ। ਫਿਰ ਤੁਸੀਂ ਹੁੰਦਾ ਹੈ ਕਿ ਤੁਸੀਂ ਕਿਸੇ ਮੰਦਰ 'ਚ, ਕਿਸੇ ਮਸਜਿਦ 'ਚ, ਕਿਸੇ ਗੁਰਦੁਆਰੇ 'ਚ, ਆਮ ਲੋਕਾਂ 'ਚ, ਮੇਲੇ 'ਚ, ਭੀੜ ਭੜੱਕੇ 'ਚ ਕੋਈ, ਕਿਉਂਕਿ ਉਹ ਸੌਫਟ ਟਾਰਗੇਟ ਨੇ, ਉਹ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਨਹੀਂ ਹੈ ਤੇ ਤੁਸੀਂ ਆਪਣੀ ਹਾਜ਼ਰੀ ਵੀ ਲਵਾ ਲੈਂਦੇ ਹੋ ਬਿਨਾਂ ਪਰਵਾਹ ਕੀਤੇ ਵੀ ਕਿਸੇ ਦਾ ਕੀ ਨੁਕਸਾਨ ਹੋਇਆ। ਹੁਣ ਜਿਹੜੇ ਵਿਦਨ ਕੰਟਰੀ ਮੁੱਦੇ ਨੇ, ਕਿਉਂਕਿ ਪਹਿਲਾਂ ਇਹਨਾਂ ਨੇ ਸਵਰਨ ਜਾਤੀਆਂ ਨੂੰ ਖੁਸ਼ ਕਰਨ ਲਈ ਦਲਿਤ ਰਿਜ਼ਰਵੇਸ਼ਨ ਐਕਟ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ, ਭਾਰਤ ਭਰ ਦਲਿਤ ਸੜਕਾਂ ਤੇ ਨਿਕਲ ਆਏ, ਉਹ ਇਹਨਾਂ ਨੇ ਵਾਪਸ ਜਿਹੜਾ ਉਹ ਆਰਡੀਨੈਂਸ ਕਰਕੇ ਤਾਂ ਉਹਨੂੰ ਫਿਰ ਰੀਸਟੋਰ ਕਰਤੀ ਜਿਹੜੀ ਪੋਜੀਸ਼ਨ ਸੀ। ਫਿਰ ਉਹ ਸਵਰਨ ਹਿੰਦੂ ਨਾਰਾਜ਼ ਹੋ ਗਏ। ਹੁਣ ਇਹਨਾਂ ਨੂੰ ਲੈ ਦੇ ਕੇ ਮੰਦਰ ਦਾ ਮੁੱਦਾ ਲੱਗਦਾ ਸੀ ਕਿ ਵੀ ਸੁਪਰੀਮ ਕੋਰਟ ਤੋਂ ਅਸੀਂ ਕਰਵਾ ਲੈਣਾ, ਲੇਕਿਨ ਇੰਨਾ ਕੁ ਜ਼ਰੂਰ ਗੰਗੋਈ ਬਾਰੇ ਸੀ। ਪਹਿਲਾਂ ਵੀ ਮੈਨੂੰ ਉੱਥੇ ਇੱਕ ਸੀਨੀਅਰ ਵਕੀਲ ਨੇ, ਉਹਨਾਂ ਨੇ ਕਿਹਾ ਜੀ ਠੀਕ ਹੈ, ਬਹੁਤ ਵਾਰੀ ਜਿਹੜੀਆਂ ਕੁਝ ਚੀਜ਼ਾਂ ਲੱਗਦੀਆਂ ਹੁੰਦੀਆਂ ਨੇ ਵੀ ਇਵੇਂ ਹੈ, ਪਰ ਉਹ ਇੰਨਾ ਸਿੱਧਾ ਨਹੀਂ ਹੈਗਾ ਵੀ ਉਹ ਇਹਨਾਂ ਨੂੰ ਟੱਕਰ ਵੀ ਸਕਦਾ। ਸੋ ਜ਼ਾਹਰ ਤੌਰ ਤੇ ਭਾਵੇਂ ਉਹਨੇ ਕਾਨੂੰਨ ਦਾ ਹੀ ਦੇਖਿਆ ਹੋਇਆ ਵੀ ਇਹ ਖਾਮਖਾ ਇਹਦਾ ਮੁੱਦਾ ਬਣਾ ਕੇ ਹਿੰਸਾ ਕਰਨਗੇ, ਉਹਨੇ ਕਿਹਾ ਜੀ ਕੋਈ ਨਹੀਂ, ਜਨਵਰੀ 'ਚ ਦੇਖਾਂਗੇ ਕਿ ਇਹਦੀ ਹੀਅਰਿੰਗ ਕਰਨੀ। ਪਰ ਦੂਸਰਾ ਪਾਸਾ ਜਿਹੜਾ ਜਿਹਦੇ 'ਚ ਜਦੋਂ ਮੈਂ ਅਮਿਤ ਸ਼ਾਹ ਦੀ ਗੱਲ ਕੀਤੀ ਕਿ ਉਹ ਬਾਦਸ਼ਾਹ ਹੈ ਫੇਕ ਨਿਊਜ਼ ਦਾ, ਔਰ ਇਹ ਦੋਨੋਂ ਹੀ ਜਿਹੜੇ ਨੇ ਮੋਦੀ ਔਰ ਦੂਜੇ ਪਾਕਿਸਤਾਨ ਨੂੰ ਇਹਨਾਂ ਨੇ ਸੌਫਟ ਟਾਰਗੇਟ ਸਮਝਿਆ ਹੋਇਆ ਹੈ। ਇਸ ਐਂਗਲ ਤੋਂ ਇਹ ਤਾਂ ਨਹੀਂ ਕਿ ਮਿਲੀਟੈਰੀਲੀ ਇਹਨਾਂ 'ਚ ਕੋਈ ਡੇਅਰਿੰਗ ਹੈ, ਇਹਨਾਂ ਨੂੰ ਵੀ ਪਤਾ ਹੈ ਪਾਕਿਸਤਾਨ ਦੀ ਆਰਮੀ ਹੋਏ ਉਹ ਕਿੰਨੀ ਟਫ ਹੈ, ਉਹ ਤਾਂ ਵਾਰ ਹਾਰਡਨਡ ਨੇ ਹਰ ਪੱਖੋਂ। ਉਹਨਾਂ ਨੇ ਬੇਸ਼ੱਕ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਜਦੋਂ ਅਸੀਂ ਅਫਗਾਨਾਂ ਦੀ ਬਹਾਦਰੀ ਦੀ ਗੱਲ ਕਰਦੇ ਹਾਂ, ਉਹਦੇ 'ਚ ਪਾਕਿਸਤਾਨੀ ਫੌਜ ਔਰ ਉਹਨਾਂ ਦੀ ਐਸਟੈਬਲਿਸ਼ਮੈਂਟ ਵਿਦਨ ਕੰਟਰੀ ਇਹਨਾਂ ਦੀ ਰਾਹ ਨੇ ਜਿਸ ਕਿਸਮ ਦਾ ਮਾਹੌਲ ਉੱਥੇ ਕੁਲਭੂਸ਼ਣ ਯਾਦਵ ਵਰਗੇ ਭੇਜ ਕੇ ਜਾਂ ਇੱਥੋਂ ਗਰੀਬ ਸਿੱਖਾਂ ਦੇ ਮੁੰਡੇ ਕੋਈ ਸਰਬਜੀਤ ਸਿੰਘ ਤੇ ਕੋਈ ਫਲਾਣਾ ਉੱਥੇ ਜਿਹੜੀ ਬੰਬ ਬਲਾਸਟ ਔਰ ਇੱਧਰ ਉੱਧਰ ਉਹਨਾਂ ਦੀ ਇਨਰ ਕੋਈ ਮਸੀਤਾਂ ਤੇ ਹਮਲੇ, ਕੋਈ ਪਿਸ਼ਾਵਰ ਸਕੂਲ ਤੇ ਹਮਲਾ, ਇਸ ਸਭ ਦੇ ਬਾਵਜੂਦ ਔਰ ਈਵਨ ਸਵਾਤ ਵੈਲੀ ਦੇ ਵਿੱਚ ਇਹਨਾਂ ਦੀ ਸ਼ਰਾਰਤ। ਔਰ ਹੁਣ ਸਵਾਤ ਵੈਲੀ ਜਿੱਥੇ ਕਿ ਇੱਕ ਸਟੇਜ ਤੇ ਲੱਗਦਾ ਸੀ ਵੀ ਉੱਥੇ ਪਾਕਿਸਤਾਨ ਦੀ ਰਿਟ ਨਹੀਂ ਹੈ, ਉਹ ਦੂਸਰੀ ਲੌਬੀ ਆ ਗਈ ਜਿਹੜੀ ਕੱਟੜਪਣੇ ਵਾਲੀ ਹੈ। ਪਰ ਹੁਣ ਪਿਛਲੇ ਹਫ਼ਤੇ ਹੀ ਪਾਕਿਸਤਾਨੀ ਫੌਜ ਨੇ ਬਿਲਕੁਲ ਉੱਥੇ ਕਲੀਨ ਪੀਸ ਹੋ ਗਈ, ਉਹ ਉਹਨਾਂ ਨੇ ਵਾਪਸ ਉਹਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਲੋਚਿਸਤਾਨ 'ਚ ਵੀ ਇਸ ਵੇਲੇ ਪੀਸ ਹੈ। ਪਾਕਿਸਤਾਨ ਮੇਨਲੈਂਡ ਦੇ ਵਿੱਚ ਹਾਲਾਂਕਿ ਕੁਦਰਤੀ ਹਾਦਸੇ ਦਾ ਹੁੰਦਾ ਹੈ, ਜਿਵੇਂ ਇੱਕ ਬੱਸ ਜਿਹੜੀ ਹੈ ਉਹਦੇ 'ਚ ਇੰਡਸ ਦਰਿਆ 'ਚ ਡਿੱਗੀ ਹੈ, ਉਹਦੇ 'ਚ ਲੋਕ ਮਰ ਗਏ, ਉਹ ਤਾਂ ਚੱਲ ਹੀ ਹੋਏ, ਤਾਂ ਇੱਧਰ ਵੀ ਹੁੰਦਾ। ਲੇਕਿਨ ਜਿਹੜੀ ਇਸ ਕਿਸਮ ਦਾ ਸੀ ਜਿਹੜਾ ਇਹਨਾਂ ਦੀ ਸ਼ਰਾਰਤ, ਉਹਨੂੰ ਉਹਨਾਂ ਨੇ ਚੈੱਕ ਕੀਤਾ। ਸੋ ਇਹਦੇ ਉਲਟ ਭਾਰਤ ਦੀ ਫੌਜ ਦਾ ਕਿੱਥੇ ਐਕਸਪੀਰੀਅੰਸ ਹੈ, ਇਹਨਾਂ ਤੇ ਜੁੱਤੀਆਂ ਹੀ ਖਾਧੀਆਂ ਹਰ ਥਾਂ ਦੇ ਉੱਤੇ। ਵਿਦਨ ਕੰਟਰੀ ਜਿਹੜਾ ਹੈ ਉਹ ਬੇਗੁਨਾਹ ਦੇ ਉੱਤੇ ਜਾ ਕੇ, ਕਸ਼ਮੀਰ 'ਚ ਵੀ ਤੁਸੀਂ ਦੇਖ ਲਓ, ਭਾਵੇਂ 7 ਲੱਖ ਫੌਜ ਲੱਗੀ ਹੋਈ ਹੈ, ਕਿੰਨੇ ਕੁ ਉਹਨਾਂ ਦੇ ਮਿਲੀਟੈਂਟ ਨੇ? 100 ਹੋਏਗਾ, 200 ਹੋਏਗਾ, 300 ਹੋਏਗਾ, ਪਰ ਕੋਈ ਦਿਨ ਐਸਾ ਨਹੀਂ ਹੁੰਦਾ ਜੇ ਉਹਨਾਂ 'ਚ 4 ਸ਼ਹੀਦ ਵੀ ਹੁੰਦੇ ਨੇ, ਇਹਨਾਂ ਦਾ ਕੋਈ ਨਾ ਕੋਈ ਕਰਨਲ ਜਾਂ ਮੇਜਰ ਉਹਨਾਂ ਨੇ ਲਿਆ ਹੁੰਦਾ। ਸੋ ਕੋਈ ਉਹ ਇਹਨਾਂ ਦਾ ਇਹ ਨਹੀਂ ਹੈ ਵੀ ਉਹਦਾ ਤੋੜ ਨੇ, ਪਰ ਕਿਉਂਕਿ ਫੇਕ ਨਿਊਜ਼ ਰਾਹੀਂ ਜਿਹੜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਔਰ ਅਮਿਤ ਸ਼ਾਹ ਮੋਦੀ ਇਸ ਗੱਲ 'ਚ ਕਾਮਯਾਬ ਹੋਏ ਨੇ ਕਿ ਇਹ ਜਿਹੜੀ ਸਾਰੀ ਮੂਵਮੈਂਟ ਅਡਵਾਨੀ ਦੇ ਵੇੜੇ 'ਚ ਰੱਥ ਯਾਤਰਾ ਨਾਲ ਸ਼ੁਰੂ ਹੋਈ, ਉਹਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ
ਭਾਰਤ ਦੇ ਬਹੁ ਗਿਣਤੀ ਹਿੰਦੂਆਂ ਦੇ ਮਨਾਂ 'ਚ ਭਰ ਦਿੱਤੀ ਹੈ ਔਰ ਦੂਸਰਾ ਇੱਕ ਫੀਅਰ ਵੀ ਪੈਦਾ ਕਰ ਦਿੱਤਾ ਹੈ ਕਿ ਜਿਵੇਂ ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਰਿਪੀਟ ਕਰੀ ਜਾਓ ਜੀ ਦਹਿਸ਼ਤਗਰਦੀ ਅਕ੍ਰੋਸ ਦਾ ਬਾਰਡਰ ਉਧਰੋਂ ਆ ਰਹੇ ਨੇ, ਉਧਰ ਫਾਈਨੈਂਸ ਹੋ ਰਿਹਾ ਹੈ, ਇਹ ਲਸ਼ਕਰੇ ਤਾਇਬਾ ਆ ਗਿਆ ਹੈ, ਹਿਜਬੁਲ ਮੁਜਾਹਿਦੀਨ ਆ ਗਿਆ, ਪਹਿਲਾਂ ਇੱਕ ਉਹ ਫੇਕ ਜਿਹੀ ਆਰਗੇਨਾਈਜੇਸ਼ਨ ਸਿਮੀ ਜਿਹੜੀ ਆ ਵਿਦ ਇਨ ਇੰਡੀਆ ਖੜੀ ਕੀਤੀ ਹੋਈ ਸੀ ਕਿ ਵੀ ਇਹ ਇੰਡੀਅਨ ਮੁਸਲਮਾਨਾਂ ਦੀ ਜਿਹੜੀ ਹੈ ਉਹ ਟੈਰਰਿਸਟ ਆਰਗੇਨਾਈਜੇਸ਼ਨ ਹੈ। ਹਾਲਾਂਕਿ ਉਹ ਡੀਜੀਪੀ ਮਹਾਰਾਸ਼ਟਰ ਦੇ ਰਹੇ ਜਿਨ੍ਹਾਂ ਨੇ ਹੂ ਕਿਲਡ ਕਾਰਕਰੇ ਕਿਤਾਬ ਲਿਖੀ ਹੈ, ਉਹ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਔਰ ਉਹਦੇ 'ਚ ਉਹਨਾਂ ਨੇ ਸਾਬਤ ਕੀਤਾ ਵੀ ਇਹ ਸਾਰੀਆਂ ਹੀ ਜਿੰਨੀਆਂ ਆਰਗੇਨਾਈਜੇਸ਼ਨਾਂ ਨੇ ਇਹ ਇਹਨਾਂ ਦੀ ਏਜੰਸੀਆਂ ਨੇ ਹੀ ਖੜੇ ਕੀਤੀਆਂ ਹੋਈਆਂ, ਇਹਨਾਂ ਦੇ ਹੀ ਬੰਦੇ ਕੰਮ ਕਰਦੇ ਨੇ। ਕਰਨਲ ਪ੍ਰੋਧ ਦੇ ਵੇਲੇ ਗੱਲ ਸਾਹਮਣੇ ਆ ਗਈ ਸੀ ਵੀ ਕਿਸ ਲੈਵਲ ਤੱਕ ਇਹਨਾਂ ਦੀ, ਔਰ ਅਸੀਂ ਤਾਂ ਪੰਜਾਬ ਦੇ ਵਿੱਚ ਇਹ ਦੇਖਿਆ ਹੋਇਆ ਔਰ ਮੈਂ ਇਹੀ ਗੱਲ ਕਸ਼ਮੀਰੀਆਂ ਦੇ ਇਕੱਠ ਵਿੱਚ ਵੀ ਕਹੀ ਸੀ ਇਸ ਬਲੈਕ ਡੇ ਦੇ ਮੌਕੇ ਤੇ ਜਿਹੜਾ ਇੱਥੋਂ ਦੇ ਹੋਟਲ ਦੇ ਵਿੱਚ ਫੰਕਸ਼ਨ ਹੋਇਆ 26 ਅਕਤੂਬਰ ਨੂੰ ਕਿ ਪਹਿਲੀ ਲੈਬੋਰਟਰੀ ਜੋ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਕੈਟਸ ਬਣਾਈਆਂ, ਜਿਵੇਂ ਇਹਨਾਂ ਨੇ ਪੂਰੀ ਜਵਾਨੀ ਦੀ ਨਸਲਕੁਸ਼ੀ ਕੀਤੀ, ਜਿਵੇਂ ਇਹਨਾਂ ਨੇ ਉੱਥੇ ਤਾਂ ਕਬਰਾਂ ਨੇ ਕਿਉਂਕਿ ਉਹਦੇ ਚੋਂ ਨਿਕਲ ਆਉਂਦਾ ਹੈ ਕਿ ਭਾਈ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਚੋਰੀ, ਇੱਥੇ ਤਾਂ ਉਹਨਾਂ ਨੇ ਕਿਉਂਕਿ ਸਾਡੇ ਸੰਸਕਾਰ ਕੀਤਾ ਜਾਂਦਾ ਹੈ ਸੋ ਕ੍ਰੀਮੇਸ਼ਨ ਗਰਾਊਂਡਸ ਚੋਂ ਹੀ ਜਿਹੜਾ ਉਹ ਸਾਹਮਣੇ ਆਇਆ ਲੱਕੜ ਤੇ ਬੇਸਡ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸੈਕਰੀਫਾਈਸ ਸੀ ਕਿ ਕੀ ਹੋਇਆ। ਸੋ ਕੁੱਲ ਮਿਲਾ ਕੇ ਜੋ ਕੁਝ ਪੰਜਾਬ ਦੇ ਵਿੱਚ 1981-82 ਤੋਂ 1995 ਤੱਕ ਹੋਇਆ ਉਸ ਨੂੰ ਹੀ ਖੁੱਲ ਕੇ ਜਿਹੜਾ ਉਹ ਕਸ਼ਮੀਰ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਔਰ ਲੈਬੋਰਟਰੀ ਬਣੀ ਹੋਈ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਕਿਉਂਕਿ 2016 ਦੇ ਵਿੱਚ ਇਹਨਾਂ ਨੇ ਸਰਜੀਕਲ ਸਟ੍ਰਾਈਕ ਦਾ ਡਰਾਮਾ ਕਰਕੇ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ, ਫੌਜ ਦੇ GOC&C ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਇੱਧਰ ਉੱਧਰ ਵੀਡੀਓ ਜਾਲੀ ਜਈਆਂ ਜਿਹੜੀਆਂ ਨੇ ਬਾਅਦ ਚ ਆਇਆ ਕਿ ਵੀ ਫੇਕ ਵੀਡੀਓ ਸੀ ਲੇਕਿਨ ਉਹਦੇ ਚ ਉਹਨਾਂ ਨੇ ਯੂਪੀ ਦੀਆਂ ਔਰ ਇੱਕ ਦੋ ਹੋਰ ਸੂਬਿਆਂ ਦੀਆਂ ਇਲੈਕਸ਼ਨਾਂ ਜ਼ਰੂਰ ਜਿੱਤੀਆਂ ਕਿਉਂਕਿ ਇੰਨੇ ਹੀ ਜ਼ੋਰ ਦਾ ਪ੍ਰੋਪੇਗੈਂਡਾ ਕੀਤਾ ਕਿ ਇਹ ਲੱਗਣ ਲੱਗ ਗਿਆ ਕਿ ਵੀ ਵਾਕਈ ਇਹ ਹੋਇਆ। ਹਾਲਾਂਕਿ ਜਿਹੜੇ ਇੰਡੀਪੈਂਡੈਂਟ ਆਬਜ਼ਰਵਰ ਸੀ ਦੁਨੀਆ ਦੇ ਉਹਨਾਂ ਨੇ ਕਿਹਾ ਜੀ ਇਹ ਠੀਕ ਨਹੀਂ ਹੈ, ਹਾਲਾਂ ਥੋੜੀ ਬਹੁਤ ਅਕ੍ਰੋਸ ਦਾ ਬਾਰਡਰ ਫਾਇਰਿੰਗ ਹੁੰਦੀ ਹੈ, ਉਹਨਾਂ ਦੇ ਵੀ ਮਰਦੇ ਨੇ ਕਈ ਵਾਰੀ, ਕੁਝ ਉਹ ਜਿਹੜਾ ਡਿਸਕਲੋਜ਼ ਕਰਦੇ ਨੇ ਕੁਝ ਨਹੀਂ ਕਰਦੇ, ਇਹੀ ਹਾਲ ਇਹਨਾਂ ਦਾ ਹੁੰਦਾ। ਇਹ ਗੱਲ ਤਾਂ ਜਦੋਂ ਦਾ ਇਹਨਾਂ ਨੇ ਵਾਇਓਲੇਸ਼ਨ ਸ਼ੁਰੂ ਕੀਤੀ ਹੋਈ ਹੈ ਸੀਜ਼ ਫਾਇਰ ਦੀ ਅਕ੍ਰੋਸ ਦਾ ਬਾਰਡਰ ਇਹ ਚੱਲ ਰਿਹਾ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਬਾਕੀ ਕੋਈ ਪਾਸੇ ਨਾਲੋਂ ਇਹ ਜਿਹੜੀ ਫੇਕ ਨਿਊਜ਼ ਅੱਜ ਪ੍ਰੋਮੀਨੈਂਟਲੀ ਜਿਹੜੀਆਂ ਅਖਬਾਰਾਂ ਦੀ ਮੇਨ ਖਬਰ ਸੀ, ਆਰਮੀ ਟਾਰਗੇਟਸ ਪਾਕਿਸਤਾਨ ਮਿਲਟਰੀ ਐਡਮਿਨਿਸਟ੍ਰੇਟਿਵ ਹੈੱਡਕੁਆਰਟਰਸ ਇਨ ਪਾਕਿਸਤਾਨ ਆਕੂਪਾਈਡ ਕਸ਼ਮੀਰ, ਜਿਹੜਾ ਕਸ਼ਮੀਰ ਪਾਕਿਸਤਾਨ ਚ ਹੈ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ, ਇਹ ਉਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਰਹੇ ਨੇ ਕਿ ਜੀ ਦਾ ਇੰਡੀਅਨ ਆਰਮੀ ਹੈਜ਼ ਟਾਰਗੇਟਡ Pakistani military administrative headquarters across the line of control in retaliation to the recent shelling in Punch and Chalas, security officials said on Monday. उन्होंने कहा ਜਿਹੜਾ ਪਾਕਿਸਤਾਨ ਪੁੰਛ ਔਰ ਝਾਲਸ ਚ ਫਾਇਰਿੰਗ ਕਰ ਰਿਹਾ ਸੀ, ਅਸੀਂ ਉਹਨਾਂ ਦਾ ਜਿਹੜਾ ਆਰਮੀ ਹੈੱਡਕੁਆਰਟਰ ਹੈ ਪਾਕਿਸਤਾਨ ਜਿਹੜਾ ਆਜ਼ਾਦ ਕਸ਼ਮੀਰ ਚ ਉਹਦੇ ਤੇ ਅਸੀਂ ਕੀਤਾ ਦਾ ਆਰਮੀ retaliated in Khurata and Samani areas of Pakistan occupied Kashmir ਔਰ ਇਸ ਨੂੰ ਉਹਨਾਂ ਨੇ ਈਵਨ ਫਰਦਰ ਇਹ ਸਾਰੇ ਝੂਠ ਨੂੰ ਬਣਾ ਜਿਹੜਾ ਅੱਗੋਂ ਪਰੋਸਦਿਆਂ ਕਿਹਾ ਦਾ ਪਾਕਿਸਤਾਨੀ ਆਰਮੀ ਹੈਜ਼ ਸ਼ੈਲਡ ਦਾ ਬ੍ਰਿਗੇਡ ਹੈੱਡਕੁਆਰਟਰਸ ਐਂਡ ਅਦਰ ਇੰਡੀਅਨ ਮਿਲਟਰੀ ਫਾਰਮੇਸ਼ਨਸ ਇਨ ਜੰਮੂ ਐਂਡ ਕਸ਼ਮੀਰ ਪੁੰਛ ਔਨ ਅਕਤੂਬਰ 23 ਕਿ 23 ਅਕਤੂਬਰ ਨੂੰ ਪਾਕਿਸਤਾਨ ਨੇ ਪੁੰਛ ਦੇ ਵਿੱਚ ਸਾਡੇ ਬ੍ਰਿਗੇਡ ਹੈੱਡਕੁਆਰਟਰ ਦੇ ਉੱਤੇ ਸ਼ੈਲਿੰਗ ਕੀਤੀ ਸੀ। ਇਨ ਰਿਸਪੌਂਸ ਟੂ ਪਾਕਿਸਤਾਨ ਆਰਮੀਜ਼ ਫਾਇਰਿੰਗ ਆਫ ਸਟੇ ਸ਼ੈਲਸ ਔਨ ਪੁੰਛ ਐਂਡ ਚਾਲਸ ਔਨ ਅਕਤੂਬਰ 23, 2018 the Indian Army has sent a strong signal by firing at Pakistani Army headquarters, and the residents of border villages also reported that they could see smoke emanating. ਹੁਣ ਇਹ ਸਬੂਤ ਦੇ ਰਹੇ ਨੇ, ਉਹ ਕਹਿੰਦੇ ਜਿਹੜੇ ਬਾਰਡਰ ਪਿੰਡਾਂ ਵਾਲੇ ਨੂੰ ਕਹੇ ਹਾਂ ਉੱਥੋਂ ਧੂਆਂ ਨਿਕਲ ਰਿਹਾ ਸੀ, ਉਦੋਂ ਉਹੀ ਠੰਡ ਹੈ, ਉੱਥੇ ਸ਼ੁਰੂ ਹੋ ਗਈ ਹੈ ਠੰਡ, ਉਦੋਂ ਉਹੀ ਕਾਂਗੜੀ ਬਾਲੀ ਹੁੰਦੀ ਉਹਨਾਂ ਨੇ, ਉਹਦਾ ਵੀ ਧੂਆਂ ਨਿਕਲਦਾ। ਸੋ ਇਹਦੇ ਤੋਂ ਇਹ ਹੈ ਕਿ ਵੀ ਹੁਣ ਇਹਨੂੰ ਪ੍ਰਚਾਰ ਕੇ ਇਹ ਆਉਣ ਵਾਲੇ ਪੀਰੀਅਡ 'ਚ ਇੱਦਾਂ ਦੀਆਂ ਖਬਰਾਂ ਹੋਰ ਵੀ ਆਉਣਗੀਆਂ। The army has avoided targeting civilian population living in close proximity in the line of control in Pakistan occupied areas such as Hajira, Bandi Gopalpur, Nikail, Samani ਤੇ ਖੁਰੈਤਾ ਕਿ ਜੀ ਅਸੀਂ ਬਹੁਤ ਹਿਊਮੈਨਿਟੇਰੀਅਨ ਅਪਰੋਚ ਲੈਂਦੇ ਹਾਂ ਇਹਨਾਂ ਇਲਾਕਿਆਂ ਦੇ ਉੱਤੇ ਜਿਹੜਾ ਇਹ ਨਹੀਂ ਕੀਤਾ। ਸੋ ਇਹ ਜਿਵੇਂ 2016 ਦੀ
ਸਰਜੀਕਲ ਸਟ੍ਰਾਈਕ ਨੂੰ ਇਹਨਾਂ ਨੇ ਵੇਚਿਆ, ਕਿਉਂਕਿ ਇਹ ਖਬਰ ਹੀ ਅਜੇ ਲੱਗੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਬਈ ਉਹ 3-3 ਫੁੱਟੀਆਂ ਐਂਕਰਾਂ ਕਿੰਨੇ ਫੁੱਟ ਉੱਚਾ ਉਛਲਦੀਆਂ, ਉਹਦੇ ਤੋਂ ਅੰਦਾਜ਼ਾ ਹੋ ਜਾਏਗਾ ਵੀ ਕਿੰਨੀ ਫੇਕ ਹੈ। ਜਿੰਨਾ ਉੱਚਾ ਉਛਲਣ ਉਨੀ ਫੇਕ ਹੈ। ਜੇ ਥੋੜਾ ਜਿਹਾ ਉਛਲਣ ਲੱਗਦਾ ਕਿ ਬਈ ਉਹਨਾਂ ਨੂੰ ਲੱਗਦਾ ਵੀ ਇਹ ਝੂਠ ਵਿਕਣਾ ਨਹੀਂ ਹੈ। ਸੋ ਇੱਧਰ ਤਾਂ ਇਹਨਾਂ ਦਾ ਇਹ ਹਾਲ ਹੈ। ਦੂਸਰਾ, ਜੇ ਹੁਣ ਇੱਕ ਪਾਸੇ ਤਾਂ ਟਰੰਪ ਨੇ ਕਿਹਾ ਯੂ ਫਿਲਥੀ ਇੰਡੀਅਨਸ ਆਈ ਐਮ ਨਾਟ ਕਮਿੰਗ, ਉਹ ਇੱਧਰ ਕਿਹਾ ਉਹਨੇ, ਪਰ ਨਾਲ ਦੀ ਨਾਲ ਜਿਹੜਾ ਡਾਲਰ ਹੈ ਉਹਦੇ ਬਰਾਬਰ ਰੁਪਈਆ ਤਾਂ ਕਈ ਦੇਰ ਦਾ ਡਾਂਸ ਕਰ ਰਿਹਾ। ਔਰ ਹਾਲ ਇਹਨਾਂ ਦਾ ਇਹ ਹੋ ਗਿਆ ਕਿ ਉਹਨਾਂ ਨੇ ਇਸ ਸਾਲ ਦੇ ਵਿੱਚ ਜਿਹੜਾ ਤੇਲ ਖਰੀਦਣ ਦੇ ਲਈ ਉਹਨਾਂ ਨੇ 125 ਬਿਲੀਅਨ ਡਾਲਰ ਦੀ ਜਿਹੜੀ ਫੋਰਨ ਐਕਸਚੇਂਜ ਰਿਜ਼ਰਵ ਹੈ ਇੰਡੀਆ ਨੇ ਉਹ ਖਰਚ ਕੀਤੀ ਹੈ। ਔਰ ਇਹ ਭਾਰਤੀ ਰੁਪਏ ਜਿਹੜੇ ਨੇ 8.8 ਟ੍ਰਿਲੀਅਨ ਰੁਪੀਸ ਬਣਦਾ। ਹੁਣ ਇਹਨਾਂ ਦਾ ਜਿੰਨਾ ਕੁ ਬਣਾਇਆ ਸੀ ਉਹ ਵੀ ਖਾਲੀ ਹੋ ਰਿਹਾ, ਕਿਉਂਕਿ ਟ੍ਰੇਡਿੰਗ ਡਾਲਰ ਦੇ ਵਿੱਚ ਹੁੰਦੀ ਹੈ ਜੀ। ਹੁਣ ਕੱਲ ਤੱਕ ਤਾਂ ਜਿਵੇਂ ਅਮਰੀਕਾ ਦੇ ਜਿਹੜਾ ਉਹ ਮੋਢਿਆਂ ਤੇ ਚੜ੍ਹ ਕੇ ਚੀਨ ਨੂੰ ਘੂਰ ਰਹੇ ਸੀ, ਜਾ ਕੇ ਉੱਥੇ ਡੋਕਲਾਮ ਦੇ ਵਿੱਚ ਭੂਟਾਨ 'ਚ ਪੋਜੀਸ਼ਨ ਲੈ ਕੇ ਬੈਠ ਗਏ, ਫਿਰ ਉੱਥੋਂ ਜੁੱਤੀਆਂ ਖਾਧੀਆਂ, ਫਿਰ ਉਹਨਾਂ ਨੇ ਉੱਤਰਾਖੰਡ 'ਚ ਆ ਕੇ ਵੀ ਚੀਨ ਵਾਲਿਆਂ ਨੇ ਕਿਹਾ ਆ ਜਾਓ, ਆਓ, ਫਿਰ ਇਹਨਾਂ ਨੂੰ ਨਹੀਂ। ਹੁਣ ਇਹ ਲੱਗਦਾ ਹੈ ਕਿ ਵੀ ਜਿਹੜੀ ਇੱਕ ਪਾਸੇ ਤਾਂ ਇਹਨਾਂ ਨੇ ਜਿਹੜਾ ਅਮਰੀਕਾ ਦੇ ਨਾਲ ਬਥੇਰਾ ਕਰ ਲਿਆ ਕਿ ਵੀ ਕੋਈ ਨਾ ਕੋਈ ਸਾਡੇ ਹੱਥ ਪੱਲੇ ਅਸੀਂ ਤਿਆਰ ਹੈ, ਅੱਖਾਂ ਲਾਲ ਕਰ ਲਈਆਂ ਚੀਨ ਦੇ ਬਰਾਬਰ, ਪਰ ਹੁਣ ਮੈਨੂੰ ਲੱਗਦਾ ਵੀ ਇਹ ਪੀਲੀਆਂ ਨਹੀਂ ਚਿੱਟੀਆਂ ਅੱਖਾਂ ਤੇ ਹੱਥ ਦੇ ਵਿੱਚ ਚਿੱਟਾ ਝੰਡਾ ਲੈ ਕੇ ਚੀਨ ਦੇ ਪੈਰੀ ਪੈ ਗਿਆ ਕਿ ਮਹਾਰਾਜ ਸਾਨੂੰ ਮਾਫ ਕਰੋ, ਉਹ ਜਿਹੜਾ ਪਹਿਲੇ ਵਾੜੇ ਅਸੀਂ ਉਹ ਨਹੀਂ ਰਹੇ, ਹੁਣ ਅਸੀਂ ਬਦਲ ਗਏ। ਔਰ ਚੀਨ ਨੇ ਵੀ ਜਿਹੜਾ ਉਹਨੇ ਦੇਖਿਆ ਕਿ ਭਾਈ ਕੋਈ ਨਹੀਂ, ਇਹ ਹੁਣ ਆ ਹੀ ਰਹੇ ਨੇ ਉੱਥੋਂ ਨਿਕਲ ਕੇ। ਸਾਡੇ ਵੱਲੋਂ ਇਹ ਖਬਰ ਹੈ ਬਲੂਮਬਰਗ ਜਿਹੜੀ ਕਿ ਕ੍ਰੈਡੀਬਲ ਏਜੰਸੀ ਹੁੰਦੀ ਹੈ, ਵੀਕਨਿੰਗ ਰੂਪੀ ਪੁਸ਼ਿਜ਼ ਇੰਡੀਆ ਟੂ ਸੈਟਲ ਵਿਦ ਚਾਈਨਾ ਇਨ ਯੂਆਨ। ਹੁਣ ਇਹਨਾਂ ਨੇ ਚੀਨ ਨੂੰ ਕਿਹਾ ਜੀ ਸਾਡੇ ਹੱਥ ਜੁੜੇ, ਅਸੀਂ ਤੁਹਾਨੂੰ ਡਾਲਰਾਂ 'ਚ ਨਹੀਂ ਪੇ ਕਰ ਸਕਦੇ ਜੋ ਤੁਸੀਂ ਸਾਨੂੰ ਐਕਸਪੋਰਟ ਕਰਦੇ ਹੋ, ਤੇ ਤੁਸੀਂ ਸਾਡੇ ਨਾਲ ਇਵੇਂ ਕਰ ਲਓ ਕਿ ਵੀ ਤੁਹਾਡੀ ਜਿਹੜੀ ਕਰੰਸੀ ਯੂਆਨ ਹੈ ਉਹਦੇ 'ਚ ਹੀ ਅਸੀਂ ਤੁਹਾਨੂੰ ਪੇ ਕਰ ਦਿੰਨੇ। ਹਾਲਾਂਕਿ ਰਸ਼ੀਆ ਨਾਲ ਇਹਨਾਂ ਦੀ ਡੀਲ ਇੰਡੀਆ ਦੀ ਰਹੀ ਹੈ, ਉਹ ਰੂਬਲ ਹੈ ਉਹਨਾਂ ਦੀ ਏਜੰਸੀ, ਉਹ ਰੂਬਲ ਦੇ ਵਿੱਚ ਇਹ ਪੇ ਕਰਦੇ ਸੀ, ਉਹ ਰੂਪੀ 'ਚ ਪੇ ਕਰਦੇ ਸੀ। ਨਿਊ ਦਿੱਲੀ ਇਜ਼ ਕੰਸੀਡਰਿੰਗ ਪੇਇੰਗ ਫॉर ਸਮ ਇੰਪੋਰਟਸ ਫਰਮ ਚਾਈਨਾ ਇਨ ਯੂਆਨ, Bloomberg reports. With the weakening rupee, India is hedging its losses against the US dollar in trade. India's rupee has plunged to fresh record low against the greenback recently. China-India trade is mostly settled in dollars since there is no direct convertibility between the rupee and the yuan. कोई उन्हां दी conversions है नहीं। ਲੇਕਿਨ ਜਦੋਂ ਹੁਣ ਅਮਰੀਕਾ ਨੇ ਵੀ ਘੂਰ ਦਿੱਤਾ ਤੇ ਡਾਲਰ ਜਿੰਨੇ ਕੁ ਨੇ ਉਹ ਮੁੱਕ ਰਹੇ ਨੇ, ਤੇ ਹੁਣ ਚੀਨ ਦੇ ਉਹਨਾਂ ਨੇ ਪੈਰ ਫੜ ਲਏ ਕਿ ਅਸੀਂ ਤੁਹਾਡੀ ਕਰੰਸੀ ਤੁਹਾਨੂੰ ਕਰਾਂਗੇ। ਬਾਈ ਪੇਇੰਗ ਚਾਈਨਾ ਇਨ ਯੂਆਨ, ਨਿਊ ਦਿੱਲੀ ਸੀਕਸ ਟੂ ਰਿਡਿਊਸ ਐਸਕੇਲੇਟਿੰਗ ਕਾਸਟ ਬਿਕਾਜ਼ ਆਫ ਦ ਰੂਪੀ ਡ੍ਰੌਪ। India is a net importer of oil and wants to save on dollars to pay sovereign crude costs. This fiscal year, India will have to pay a record $125 billion for oil, or 8.8 trillion rupees, the highest in rupees terms since 2001. 2001 ਤੋਂ ਬਾਅਦ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਜਿਹੜਾ ਘਾਪਾ ਇਹਨਾਂ ਨੂੰ ਹੋਏਗਾ ਜਿਹੜਾ ਆਇਲ ਦੇ ਲਈ ਕਰਨਾ ਹੈ। For Beijing, the move is set to boost the influence of renminbi globally. The BRICS group of emerging economies, Brazil, Russia, India, China and South Africa, have already discussed switching to yuan in trade. क्योंकि इनिशियली हालांकि इंडिया ब्रिक्स ਦਾ ਹਿੱਸਾ ਹੈ, ब्रिक्स ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ। ਫਿਰ ਜਦੋਂ ਬ੍ਰਾਜ਼ੀਲ ਥੋੜਾ ਜਿਹਾ ਥੱਲੇ ਨੂੰ ਜਾਣ ਲੱਗਾ, ਹਾਲਾਂਕਿ ਹੁਣ ਉੱਥੇ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਜਿਹੜਾ ਐਕਸਟ੍ਰੀਮ ਰਾਈਟ ਵਿੰਗਰ ਹੈ ਜਿਹਦੀ ਪੋਲੀਟੀਕਲ ਪਾਰਟੀ ਦਾ ਨਿਸ਼ਾਨ ਹੀ ਬੰਦੂਕ ਹੈ, ਜਿਹੜਾ ਆਰਮੀ ਡਿਕਟੇਟਰਸ਼ਿਪ 'ਚ ਯਕੀਨ ਰੱਖਦਾ, ਉਹ ਪਾਵਰ 'ਚ ਆ ਗਿਆ। ਲੇਕਿਨ ਇਹ ਬ੍ਰਿਕਸ ਦੇ ਵਿੱਚ ਹੀ ਹੋਇਆ ਸੀ ਕਿ ਭਾਈ ਜੇ ਤੁਸੀਂ ਐਮਰਜਿੰਗ ਇਕਨੋਮੀਜ਼ ਕਹਿੰਦੇ ਹੋ, ਚਾਈਨਾ ਸਭ ਤੋਂ ਵੱਡੀ ਪਾਵਰ ਹੈ ਇਸ ਵੇਲੇ, ਵੀ ਤੁਸੀਂ ਯੂਆਨ 'ਚ ਡੀਲ ਕਰੋ। ਤੇ ਇੰਡੀਆ ਨੇ ਸਿਰ ਮਾਰਿਆ ਸੀ ਕਿ ਨਹੀਂ ਨਹੀਂ ਅਸੀਂ ਤਾਂ ਆਪਣੇ ਅੰਕਲ ਟਰੰਪ ਨਾਲ ਗੱਲ ਕਰਨੀ, ਅੰਕਲ ਟਰੰਪ ਦੱਸਣਗੇ ਸਾਨੂੰ ਕੀ ਹੈ। ਹੁਣ ਕਹਿੰਦੇ ਕੋਈ ਨਹੀਂ ਅੰਕਲ ਦੂਰ ਦੂਰ ਦਾ ਹੀ ਅੰਕਲ ਹੈ ਸਾਡਾ, ਕੋਈ ਸਗਾ ਅੰਕਲ ਨਹੀਂ ਹੈ, ਸਗੇ ਸਾਡੇ ਤੁਸੀਂ ਹੋ। ਸੋ ਉਹਨਾਂ ਨੇ ਕਿਹਾ ਵੀ ਇਹ ਉਦੋਂ ਵੀ ਹੁੰਦਾ ਸੀ ਕਿ ਵੀ ਯੂਆਨ 'ਚ ਕਰੋ ਡੀਲ, ਹੁਣ ਮੰਨ ਗਏ ਨੇ। ਐਜ਼ ਦਾ ਟ੍ਰੇਡ ਵਾਰ ਬਿਟਵੀਨ ਚਾਈਨਾ ਐਂਡ ਯੂਨਾਈਟਿਡ ਸਟੇਟਸ ਐਸਕੇਲੇਟਸ, India has been able to fill in the gap in trade between the world's two largest economies.
Between April and August, India's exports to China grew an average of 52.9% year on year, highest in the past few years. This has helped India to reduce its trade deficit with China, which stood at 63 billion last year, by 2.8 billion. चीन ने भी क्या होना, कोई नहीं, वो अमरीका ਨੂੰ ਵੀ ਸਬਕ ਦੇਣਾ ਚਾਹੁੰਦੇ ਨੇ ਕਿ ਆ ਦੇਖ ਲਓ ਤੁਹਾਡਾ ਬਾਲਕਾ ਕਿੰਨਾ ਕੁ ਹੈ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਤੁਸੀਂ ਸਾਨੂੰ ਅੱਗੇ ਚੀਨ ਇਹਨਾਂ ਤੋਂ ਮੰਗਵਾਉਂਦਾ ਸੀ ਕਾਟਨ ਵੀ, ਦੂਜਿਆਂ ਨੇ ਕਿਹਾ ਜੀ ਤੁਸੀਂ ਛੱਡੋ ਇੰਡੀਆ ਨੂੰ। ਸੋ 2.8 ਬਿਲੀਅਨ ਜਿਹੜਾ ਹੁਣ ਚਾਈਨਾ ਭਾਰਤ ਦੇ ਨਾਲ ਜਿਹੜੀ ਟ੍ਰੇਡ ਕਰਦਾ ਹੈ, 63 ਬਿਲੀਅਨ ਡਾਲਰ ਚਾਈਨਾ ਦਾ ਅਪਰ ਹੈਂਡ ਹੁੰਦਾ। ਉਹਨਾਂ ਨੇ 2.8 ਉਹਨਾਂ ਨੇ ਕਿਹਾ ਕੋਈ ਨਹੀਂ, ਤੁਸੀਂ ਵੀ ਥੋੜਾ ਬਹੁਤ ਜਿਹੜਾ ਝੂਠਾ ਬਚਿਆ ਉਹ ਖਾ ਲਓ। ਔਰ ਇਹ ਜਿਹੜਾ ਹੁਣ ਇਸ ਦੇ ਵਿੱਚ ਸੋਇਆਬੀਨ ਔਰ ਕਾਟਨ ਇਹ ਚਾਈਨਾ ਨੂੰ ਭੇਜਣਗੇ। ਔਰ ਇਸ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਭਾਈ ਕੀ ਉਹਨੂੰ ਕਹਿੰਦੇ ਨੇ ਪੰਜਾਬੀ ਚ ਕਿ ਮੁੜ ਘਿੜ ਕੇ ਖੋਤੀ ਬੋੜ ਥੱਲੇ। ਪਹਿਲਾਂ ਤਾਂ ਖੋਤੀ ਗਈ, ਥਾਣੇ ਵੀ ਜਾ ਕੇ ਆਈ, ਕਹਿੰਦੇ ਕੀ ਹੈ ਇਹ ਜੀ ਮੇਰਾ ਥਾਣੇਦਾਰ ਦੋਸਤ ਆ, ਉਹਦੇ ਸਾਹਮਣੇ ਵੀ ਬਹਿ ਗਈ ਹੋਣੀ, ਖੋਤੀ ਕੁਰਸੀ 'ਚ ਉਹ ਬੈਠਾ ਹੋਣਾ, ਉਹ ਉਹਨੂੰ ਚਾਰ ਚੁਫੇਰੇ ਘੁੰਮ ਰਹੀ ਹੋਣੀ ਹੈ। ਫਿਰ ਉਸ ਤੋਂ ਹੀ ਸਾਡਿਆਂ ਨੇ ਕਿਹਾ ਵੀ ਮੁੜ ਘਿੜ ਕੇ ਖੋਤੀ ਬੋੜ ਥੱਲੇ। ਕੁਮਾਰ ਵੀ ਕਹਿੰਦਾ ਹੋਣਾ ਕੋਈ ਨਹੀਂ, ਜਾਇਆ ਵੀ ਅਲਟੀਮੇਟਲੀ ਇੱਥੇ ਹੀ ਤੂੰ ਆਉਣਾ, ਇੱਥੇ ਵਾਪਸ ਆਣਾ, ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਕਿੰਨੀ ਅਮੀਰ ਸਾਡੀ ਜ਼ਬਾਨ ਹੈ। ਮੂਲਾ ਵੀ ਕਹਿੰਦਾ ਹੋਣਾ ਨਾ ਕਿ ਮੈਂ ਪਾਪਾ ਮੈਂ ਵਲੈਤ ਜਾਊਂ, ਮੈਂ ਅਮਰੀਕਾ ਜਾਊਂ, ਕਹਿੰਦਾ ਚੱਲ ਮਾਰ ਲੈ ਟੱਕਰਾ ਪੁੱਤਰਾ, ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਉਹ ਹੱਟੀ ਤੇ ਬਹਿ ਗਿਆ ਮੋਦੀ ਵਾਪਸ ਆ ਕੇ, ਕਹਿੰਦਾ ਚਾਈਨਾ ਨੂੰ ਕਹਿ ਰਿਹਾ ਨਮੋ 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 ਨਮੋ, ਸਲੂਟ ਸਲੂਟ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।